ਅੱਜ ਦਾ ਟੌਪਿਕ ਹੈ ਟਰੀਜ਼ ਦੇ ਬਾਰੇ। ਨॉन ਲੀਨੀਅਰ ਡਾਟਾ ਸਟਰਕਚਰਸ ਹੁਣ ਤੱਕ ਜਿੰਨੇ ਪੜ੍ਹੇ ਨੇ ਉਹ ਲੀਨੀਅਰ ਡਾਟਾ ਸਟਰਕਚਰ ਆਪਾਂ ਡਿਸਕਸ ਕਰਦੇ ਰਹੇ ਹਾਂ। ਟਰੀ ਇਜ਼ ਏ ਨॉन ਲੀਨੀਅਰ ਡਾਟਾ ਸਟਰਕਚਰ। ਇੱਥੇ ਇੱਕ ਨੋਡ ਇੱਕ ਤੋਂ ਜ਼ਿਆਦਾ ਨੋਡਸ ਦੇ ਨਾਲ ਕਨੈਕਟਡ ਹੋਏਗੀ, ਜਿਵੇਂ ਆ ਨੀਚੇ ਸਟਰਕਚਰ ਦਿਖ ਰਹੇ। A tree is a non-linear data structure ਕਿਉਂਕਿ ਇਹਦੇ ਐਲੀਮੈਂਟਸ ਇੱਕ ਲਾਈਨ 'ਚ ਨਹੀਂ ਹੁੰਦੇ। Where each node may point to several other nodes, ਜਿਵੇਂ ਇੱਥੋਂ 3 ਨੋਡਸ ਨੂੰ ਇਹ ਪੁਆਇੰਟ ਕਰ ਰਿਹਾ, 2 3, ਅੱਗੇ 2 ਨੂੰ ਪੁਆਇੰਟ ਆਊਟ ਕਰ ਰਿਹਾ, 1 2, ਵਿੱਚ ਘੱਟ ਵੀ ਹੋ ਸਕਦੀਆਂ ਨੇ ਜਿਵੇਂ ਇੱਕ ਦੇ ਨਾਲ ਇੱਕ। Thus a tree is a flexible and powerful data structure that can be used for a wide variety of applications. For example, we want to use a data structure to represent a person and all of its descendants. ਜਿਵੇਂ ਕੋਈ person ਹੈ ਘਰ ਦੇ ਵਿੱਚ, ਫੈਮਿਲੀ ਦੇ ਵਿੱਚ, ਮੁਕੇਸ਼ is the head of the family. He has 3 sons. One is Sanjeev, second Kuldeep, third Rahul. मुकेश ਦੇ 3 ਲੜਕੇ ਹੋ ਗਏ, ਸੰਜੀਵ ਦੇ 2 ਲੜਕੇ ਰਕੇਸ਼ ਐਂਡ ਰਾਜੂ, ਕੁਲਦੀਪ ਦਾ ਇੱਕ ਲੜਕਾ ਕਮਲ ਐਂਡ ਰਾਹੁਲ ਦਾ ਇੱਕ ਲੜਕਾ ਨਵੀ। ਸੋ ਇੱਕ ਤਰ੍ਹਾਂ ਦਾ ਫੈਮਿਲੀ ਟਰੀ ਬਣ ਗਿਆ, ਇੱਕ ਸਟਰਕਚਰ ਬਣ ਗਿਆ ਜਿਸ ਦੇ ਵਿੱਚ ਅਸੀਂ ਇੱਕ ਪਰਸਨ ਦੇ ਸਾਰੇ ਡਿਸੈਂਡੈਂਟਸ ਜਿਹੜੇ ਉਹਦੇ ਅੱਗੇ ਲੜਕੇ ਨੇ, ਲੜਕਿਆਂ ਦੇ ਲੜਕੇ ਨੇ, ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕਰ ਦਿੱਤਾ। ਤਾਂ ਇਸ ਤਰ੍ਹਾਂ ਦਾ ਜਿਹੜਾ ਡਾਟਾ ਹੈ ਉਹ ਰਿਪਰੈਜ਼ੈਂਟ ਕਰਨ ਲਈ, ਉਹਨੂੰ ਸਟੋਰ ਕਰਨ ਦੇ ਲਈ ਅਸੀਂ ਟਰੀ ਯੂਜ਼ ਕਰਦੇ ਹਾਂ ਡਾਟਾ ਸਟਰਕਚਰ ਵਿੱਚ। ਬਾਈਨਰੀ ਟਰੀ, ਜਿਹੜਾ ਟਰੀ ਆਪਾਂ ਪਿੱਛੇ ਦੇਖਿਆ ਉਹ ਬਾਈਨਰੀ ਨਹੀਂ ਸੀ, ਕਿਉਂਕਿ ਉਹਦੇ ਵਿੱਚ ਇੱਕ ਨੋਡ ਦੇ ਨਾਲ 3 ਵੀ ਕਨੈਕਟਡ ਸੀ। ਪਰ ਬਾਈਨਰੀ ਟਰੀ ਦੇ ਵਿੱਚ ਇੱਕ ਨੋਡ ਦੇ ਨਾਲ ਵੱਧ ਤੋਂ ਵੱਧ 2 ਕਨੈਕਟਡ ਹੁੰਦੇ, ਜਿਵੇਂ ਆ ਦੇ ਇੱਕ ਦੇ ਨਾਲ 2 ਕਨੈਕਟਡ ਨੇ, ਇਹਦੇ ਨਾਲ ਫਿਰ 2 ਕਨੈਕਟਡ ਨੇ, ਇਹਦੇ ਨਾਲ 1 ਕਨੈਕਟਡ। ਇੱਕ ਵੀ ਹੋ ਸਕਦਾ, 2 ਵੀ ਹੋ ਸਕਦੇ ਨੇ, 3 ਨਹੀਂ ਹੋ ਸਕਦੇ। ਉਹ ਬਾਈਨਰੀ, ਬਾਈ ਦਾ ਮਤਲਬ 2, ਬਾਈ ਮਤਲਬ 2, ਬਾਈਨਰੀ ਮਤਲਬ ਮੈਕਸਿਮਮ 2 ਚਿਲਡਰਨ ਨੋਡਸ। ਇੱਥੇ ਕੁਝ ਟਰਮੀਨੋਲੋਜੀ ਆਏਗੀ ਜਿਹੜੀ ਸਾਨੂੰ ਪਤਾ ਲੱਗ ਜਾਏਗਾ ਪੜ੍ਹ ਕੇ। A binary tree is a tree in which each node may point to at most 2 other nodes. ਵੱਧ ਤੋਂ ਵੱਧ 2 nodes ਤੇ ਜਾਣ, maximum 2 nodes. A binary tree consists of a finite set of elements. ਆ ਜਿਹੜੇ ਐਲੀਮੈਂਟਸ ਨੇ ਇਹ ਫਾਈਨਾਈਟ ਨੇ, ਇਨਫਿਨਿਟ ਨਹੀਂ ਹੈ, ਮਤਲਬ ਲਿਮਟਡ ਨੇ, ਗਿਣਤੀ ਕੀਤੀ ਜਾ ਸਕਦੀ ਹੈ। That can be partitioned into 3 distinct subsets. ਇਹਨਾਂ ਨੂੰ 3 ਹਿੱਸਿਆਂ 'ਚ ਵੰਡਿਆ ਜਾਂਦਾ, ਇੱਕ ਰੂਟ, ਇੱਕ ਲੈਫਟ ਸਬ ਟਰੀ, ਇੱਕ ਰਾਈਟ ਸਬ ਟਰੀ। ਸਬ ਟਰੀ ਮਤਲਬ ਟਰੀ ਦਾ ਸਬ ਪਾਰਟ। root, left subtree and right subtree. ਨੋਡ ਇੱਥੇ ਇੱਕ ਨੂੰ ਕਿਹਾ ਜਾਏਗਾ, ਜਿਵੇਂ A ਨੋਡ ਹੈ, B ਨੋਡ ਹੈ, D ਨੋਡ ਹੈ, C ਨੋਡ ਹੈ, ਇਹ ਨੋਡਸ। Node is each element represented in the tree is called a node of the tree. Root is the topmost node, the first node. The element that represents the base node of the tree is called root is the base node of the tree. Base node of the tree is called root of the tree.
left and right subtrees. Apart from the root, this is the root. लेफ्ट हैंड साइड वाला जो ट्री बनेगा, सब ट्री बनेगा, दैट इज लेफ्ट सब ट्री, एंड जो राइट हैंड साइड वाला ट्री बनेगा दैट इज राइट सब ट्री. So apart from the root, the other two subsets of the binary tree are also binary trees. ਜੇ ਇਹ ਬਾਈਨਰੀ ਸੀ ਕੰਪਲੀਟ, ਇਹ ਕੰਪਲੀਟ ਇੱਕ ਬਾਈਨਰੀ ਸੀ, ਤਾਂ ਇਹ ਲੈਫਟ ਵਾਲਾ ਵੀ ਇੱਕ ਬਾਈਨਰੀ ਟਰੀ ਹੋਈ ਹੈ ਤੇ ਰਾਈਟ ਵਾਲਾ ਵੀ ਇੱਕ ਤਰ੍ਹਾਂ ਦਾ ਬਾਈਨਰੀ ਟਰੀ ਹੋਈ ਹੈ, ਜੇ ਅਗਰ ਉਹਨਾਂ ਨੂੰ ਆਪਾਂ ਤਿੰਨ ਹਿੱਸਿਆਂ ਵਿੱਚ ਡਿਵਾਈਡ ਕਰ ਲਈਏ. ਇਹਨਾਂ ਨੂੰ ਅਸੀਂ ਲੈਫਟ ਐਂਡ ਰਾਈਟ ਸਬ ਟਰੀਜ਼ ਕਹਾਂਗੇ. ਪੇਰੈਂਟ ਐਂਡ ਚਾਈਲਡ, ਐਨੀ ਨੋਡ ਜਿਵੇਂ ਇਹ ਹੈ, ਐਨੀ ਨੋਡ ਮੰਨ ਲਓ A, if points to another node, ਮੰਨ ਲਓ B, ਤਾਂ A ਦਾ B ਨਾਲ ਲਿੰਕ ਹੈ, ਤਾਂ A is the parent, B is the child. ਹੁਣ ਇੱਥੇ A ਦੇ ਦੋ ਚਾਈਲਡ ਨੇ, B and C. then A is called parent or father ਵੀ ਬੋਲ ਸਕਦੇ ਹਾਂ of B, and B is called the child or son of A. ਲੀਫ ਨੋਡ, ਆ ਜਿਹੜੀਆਂ ਬਿਲਕੁਲ ਐਂਡ ਤੇ ਨੇ ਜਿਨ੍ਹਾਂ ਦਾ ਕੋਈ ਚਾਈਲਡ ਨਹੀਂ, ਦੇ ਆਰ ਲੀਫ ਨੋਡਸ. A node that does not have any children is called leaf node. Ancestor and descendant. Ancestor ਉੱਪਰ ਵਾਲੇ, ਜਿਵੇਂ D ਦੇ ਉੱਪਰ B ਹੈ, B ਦੇ ਉੱਪਰ A ਹੈ, ਤਾਂ D ਦੇ ਦੋ ancestor ਨੇ, B ਅਤੇ A. Any node, say A, is said to be an ancestor of node B, say B, if A is either the parent of B or the parent of some ancestor of B, and thus B is said to have be the descendant of E. ਜਿਵੇਂ ਆਪਾਂ ਕਹਿ ਦਿੰਦੇ ਆ ਇਹ ਗ੍ਰੈਂਡਫਾਦਰ ਹੋ ਗਿਆ, ਇਹ ਫਾਦਰ ਹੋ ਗਿਆ, ਇਹ ਚਿਲਡਰਨ ਹੋ ਗਿਆ, ਤਾਂ ਇਹ ਉੱਪਰਲੇ ਹੋ ਗਏ ਇਨਸੈਸਟਰ. ਮਤਲਬ ਅਸੀਂ ਪੰਜਾਬੀ ਦੇ ਵਿੱਚ ਜਿਵੇਂ ਕਹਿ ਦਿੰਦੇ ਆ ਪੁਰਖੇ, ਉਸ ਪੀੜ੍ਹੀ 'ਚ ਉੱਪਰਲੇ ਜਿੰਨੇ ਵੀ ਆਉਂਦੇ ਨੇ, ਫਾਦਰ ਦਾ ਫਾਦਰ ਦਾ ਫਾਦਰ ਦਾ ਫਾਦਰ, ਉਹ ਸਾਰੇ ਦੇ ਆਰ ਐਨਸੈਸਟਰਸ. ਐਂਡ ਜਿਹੜੇ ਨੀਚੇ ਨੂੰ ਆਉਂਦੇ ਨੇ, ਜਿਵੇਂ A ਦੇ ਨੀਚੇ ਜਿੰਨੇ ਆ ਰਹੇ ਨੇ, ਦੇ ਆਰ ਆਲ ਡਿਸੈਂਡੈਂਟਸ. A ਦੇ ਨੀਚੇ B ਤੇ C ਹੈ, D E F ਹੈ, ਤਾਂ ਇਹ ਪੰਜੋ ਜਿਹੜੇ ਨੇ ਇਹ A ਦੇ ਡਿਸੈਂਡੈਂਟਸ ਨੇ, ਤੇ ਇਹ ਇਹਨਾਂ ਪੰਜਾਂ ਦਾ ਐਨਸੈਸਟਰ ਹੈ. ਕਲਾਈਂਬਿੰਗ ਐਂਡ ਡਿਸੈਂਡਿੰਗ. When we are traversing the tree from the leaf node to the root node, leaf ਤੋਂ root ਵੱਲ ਨੂੰ ਜਾਂਦੇ ਆ ਜੀ, the operation is climbing, ਵੀ ਆਪਾਂ ਉੱਪਰ ਨੂੰ ਜਾ ਰਹੇ ਹਾਂ. climbing ਮਤਲਬ ਉੱਪਰ ਨੂੰ ਚੜ ਰਹੇ ਹਾਂ, D ਤੋਂ B ਵੱਲ ਨੂੰ, B ਤੋਂ A ਵੱਲ ਨੂੰ, climbing. descending means ਅਸੀਂ A ਤੋਂ ਨੀਚੇ ਨੂੰ, A ਤੋਂ C ਵੱਲ ਨੂੰ ਜਾਂ A ਤੋਂ B ਵੱਲ ਨੂੰ ਆ ਰਹੇ ਹਾਂ. similarly, traversing the tree from the root node to the leaves is called descending the tree. Binary tree definitions and basic concepts ਕੀ ਨੇ? ਜਿਵੇਂ ਹੁਣ ਆ ਸਾਡੇ ਕੋਲੇ ਇਹ ਬਾਈਨਰੀ ਟਰੀ ਦੀਆਂ ਕੁਝ ਟਾਈਪਸ ਨੇ. ਇਹ ਸਟ੍ਰਿਕਟਲੀ ਬਾਈਨਰੀ ਟਰੀ ਬਣਾਇਆ ਹੋਇਆ ਇੱਧਰਲੇ ਵਾਲੇ. ਸਟ੍ਰਿਕਟਲੀ ਦਾ ਮਤਲਬ ਕੀ ਹੋ ਗਿਆ ਕਿ ਹਰੇਕ ਨੋਡ ਦੀਆਂ ਦੋ ਸਬ ਨੋਡਸ, ਦੋ ਚਿਲਡਰਨ ਜ਼ਰੂਰ ਹੋਣਗੇ. ਹਰੇਕ ਨੋਡ ਦੇ ਅੰਡਰ ਦੋ ਚਿਲਡਰਨ ਜ਼ਰੂਰ ਹੋਣਗੇ, ਇੱਕ ਵੀ ਨਹੀਂ ਹੋਏਗਾ, ਤਿੰਨ ਤਾਂ ਚਲੋ ਹੋ ਹੀ ਨਹੀਂ ਸਕਦੇ, ਦੋ ਹੀ ਹੋਣਗੇ. ਉਹ ਸਟ੍ਰਿਕਟਲੀ ਹੈ. ਜਿਵੇਂ ਇੱਥੇ ਹਰੇਕ ਨੋਡ ਦੇ ਦੋ ਚਿਲਡਰਨ ਨੇ, ਜਾਂ ਬਿਲਕੁਲ ਨਹੀਂ ਹੈ, ਇੱਕ ਨਹੀਂ ਹੈ ਕਿਸੇ ਦਾ, ਦੋ ਜਾਂ ਨਾ. A binary tree is called strictly binary tree if every non-leaf node in the binary tree has non-empty left and right subtrees. ਹਰੇਕ ਨੋਡ ਦੇ ਲੈਫਟ ਤੇ ਵੀ ਇੱਕ ਨॉन ਐਮਪਟੀ ਟਰੀ ਹੈ, ਹਰੇਕ ਨੋਡ ਦੇ ਰਾਈਟ ਤੇ ਵੀ ਇੱਕ ਨॉन ਐਮਪਟੀ ਟਰੀ ਹੈ. ਲੈਫਟ ਐਂਡ ਰਾਈਟ ਤੇ ਨॉन ਐਮਪਟੀ ਦੋਨੋਂ ਪਾਸੇ, ਜਾਂ ਦੋਨੇ ਹੀ ਨਹੀਂ ਹੋਣੇ ਚਾਹੀਦੇ. ਜਿਵੇਂ E ਹੈ, E ਦੇ ਨਾ ਲੈਫਟ ਤੇ ਕੋਈ ਹੈ ਨਾ ਰਾਈਟ ਤੇ ਕੋਈ ਹੈ, ਪਰ ਜੇ ਕਿਸੇ ਦੇ ਲੈਫਟ ਤੇ ਹੈ ਉਹਦੇ ਰਾਈਟ ਤੇ ਵੀ ਹੋਣਾ ਚਾਹੀਦਾ. ਕੱਲਾ ਲੈਫਟ ਤੇ ਜਾਂ ਕੱਲਾ ਰਾਈਟ ਤੇ ਅਲਾਉਡ ਨਹੀਂ ਹੈ. ਸੋ ਸਟ੍ਰਿਕਟਲੀ ਬਾਈਨਰੀ ਟਰੀ ਉਹ ਹੁੰਦਾ. ਡਿਗਰੀ,
The number of nodes connected to a particular node is called degree of the node. ਜਿਵੇਂ ਆ ਨੋਡ ਹੈ ਮੰਨ ਲਓ B ਦੇ ਨਾਲ ਕਿੰਨੇ ਕਨੈਕਟਡ ਨੇ ਇੱਕ ਆ ਦੂਸਰਾ ਆ ਤੀਸਰਾ ਸੌਰੀ ਤੀਸਰਾ A ਹੋ ਗਿਆ B ਦੇ ਨਾਲ 3 ਕਨੈਕਟਡ ਨੇ ਇਹਦਾ ਮਤਲਬ B ਦੀ ਡਿਗਰੀ 3 ਹੋ ਗਈ A ਦੀ ਡਿਗਰੀ ਕਿੰਨੀ ਹੋਈ A ਦੇ ਨਾਲ 2 ਕਨੈਕਟਡ ਨੇ B ਤੇ C A ਦੀ ਡਿਗਰੀ 2 ਹੈ ਆ ਇੱਥੇ ਗਲਤ ਪਿਆ ਹੈ ਇਹਨੂੰ F G ਕਰ ਲੈਂਦੇ G ਦੀ ਡਿਗਰੀ 1 ਹੈ ਕਿਉਂਕਿ ਇਹਦੇ ਨਾਲ ਤਾਂ ਸਿਰਫ ਇੱਕੋ ਹੀ ਕਨੈਕਟਡ ਹੈ ਲੈਵਲ the root node of the tree has level 0 ਆ ਇਹਨੂੰ 0 ਲੈਵਲ ਮੰਨਿਆ ਜਾਏਗਾ ਇਹਨਾਂ ਦੋਹਾਂ ਦਾ ਲੈਵਲ 1 ਹੈ ਇਹਨਾਂ ਦੋਹਾਂ ਦਾ ਲੈਵਲ 2 ਹੈ ਇਹਨਾਂ ਦੋਹਾਂ ਦਾ ਲੈਵਲ 3 ਹੈ ਇਸ ਤਰ੍ਹਾਂ ਲੈਵਲ ਡਿਕਲੇਅਰ ਹੁੰਦੇ the root node of the tree has level 0 the level of any other child node is 1 more than the level of its parent ਪਿਛਲੇ ਨਾਲੋਂ ਇੱਕ ਵੱਧ ਜਾਂਦਾ ਲੈਵਲ ਜਦੋਂ ਆਪਾਂ ਕੋਈ ਚਿਲਡਰਨ ਤੱਕ ਵੱਲ ਨੂੰ ਜਾਂਦੇ ਹਾਂ ਚਾਈਲਡ ਵੱਲ ਨੂੰ ਜਾਂਦੇ ਡੈਪਥ the maximum level of any leaf node in the tree is called the depth of the tree depth tree ਦੀ ਹੁੰਦੀ ਹੈ ਲੈਵਲ ਨੋਡ ਦਾ ਹੁੰਦਾ ਹੈ ਮੈਕਸਿਮਮ ਲੈਵਲ ਜਿੰਨਾ ਵੀ ਕਿਸੇ ਟਰੀ 'ਚ ਹੈ ਜਿਵੇਂ ਇਸ ਟਰੀ 'ਚ ਮੈਕਸਿਮਮ ਲੈਵਲ 3 ਹੈ ਇਹਦਾ ਮਤਲਬ ਇਸ ਟਰੀ ਦਾ ਜਿਹੜੀ ਡੈਪਥ ਹੈ ਉਹ 3 ਹੈ ਇਸ ਟਰੀ ਦੇ ਵਿੱਚ ਮੈਕਸਿਮਮ ਲੈਵਲ 0 ਇੱਥੇ 1 ਇੱਥੇ 2 ਇਸ ਟਰੀ ਦਾ ਮੈਕਸਿਮਮ ਲੈਵਲ 2 ਹੈ ਇਟ ਮੀਨਸ ਇਹਦੀ ਡੈਪਥ ਹੈ ਜੋ ਉਹ 2 ਹੈ ਕੰਪਲੀਟ ਬਾਈਨਰੀ ਟਰੀ A strictly binary tree all of whose leaf nodes are at the same level are called complete binary tree ਜਿਵੇਂ ਆਹ ਵਾਲਾ ਇਹ complete binary tree ਬਣਾਇਆ ਇੱਥੇ ਹਰੇਕ ਨੋਡ ਦਾ ਜਿਹੜਾ ਸਾਰੀਆਂ ਨੋਡਸ ਜਿਹੜੀਆਂ ਨੇ ਲੀਫ ਨੋਡਸ ਇੱਕ ਲੈਵਲ ਤੇ ਆ ਜਾਂਦੀਆਂ ਹੁੰਦੀਆਂ ਨੇ ਜਿਵੇਂ ਇੱਥੇ ਲੀਫ ਆ ਬਣ ਗਈ ਸੀ ਇੱਥੇ ਖਤਮ ਹੋ ਗਈ ਆ ਇੱਥੇ ਖਤਮ ਹੋ ਗਈ ਆ ਇੱਥੇ ਜਾ ਕੇ ਖਤਮ ਹੋਈ ਏਦਾਂ ਨਹੀਂ ਮਤਲਬ ਸਾਰੀਆਂ ਲੀਫ ਨੋਡਸ ਇੱਕ ਲੈਵਲ ਤੇ ਆ ਗਈਆਂ ਤਾਂ ਉਹ ਕੰਪਲੀਟ ਬਾਈਨਰੀ ਟਰੀ ਸਿਬਲਿੰਗਸ ਜਿਵੇਂ ਆਪਾਂ ਕਹਿ ਦਿੰਦੇ ਆ ਭਾਈ ਸਿਬਲਿੰਗਸ ਜਿਵੇਂ D ਅਤੇ E ਨੇ ਜਿਹੜੇ ਦੇ ਆਰ ਸਿਬਲਿੰਗਸ ਉਸੇ ਤਰ੍ਹਾਂ F ਅਤੇ G ਆਰ ਸਿਬਲਿੰਗਸ B and C are siblings two node having the same parent are called sibling nodes representation in contiguous storage binary tree contiguous storage means array use karke binary trees can be represented using arrays array means contiguous storage ਕਿਉਂਕਿ array ਜਿਹੜੇ ਨੇ ਉਹ ਇਕੱਠੀ ਲਗਾਤਾਰ ਮੈਮਰੀ ਆਕੂਪਾਈ ਕਰਦੇ ਨੇ where index is used to map a child or parent of a node root node is stored at index 0 ਜਦੋਂ ਅਸੀਂ array ਬਣਾਵਾਂਗੇ ਤਾਂ ਸਾਡਾ root node ਦੀ ਜਿਹੜੀ ਵੈਲਿਊ ਹੈ ਉਹ 0 ਇੰਡੈਕਸ ਤੇ ਪਾ ਦਿੱਤੀ ਜਾਏਗੀ left and right child can be stored at ਕਿਵੇਂ ਸਿਲੈਕਟ ਕਰਾਂਗੇ ਇੰਡੈਕਸ ਆਫ ਲੈਫਟ ਚਾਈਲਡ ਵਿਲ ਬੀ ਇੰਡੈਕਸ ਆਫ ਪੇਰੈਂਟ ਮਲਟੀਪਲਾਈਡ ਬਾਈ 2 ਪਲੱਸ 1 0 ਨੂੰ 2 ਨਾਲ ਮਲਟੀਪਲਾਈ ਕੀਤਾ 0 ਪਲੱਸ 1 ਕੀਤਾ 1 ਇਹਦਾ ਮਤਲਬ A ਦਾ ਜਿਹੜਾ ਚਾਈਲਡ ਹੈ ਉਹ ਇੱਕ B ਤੇ ਹੈ ਦੂਸਰਾ ਇੰਡੈਕਸ ਆਫ ਰਾਈਟ ਚਾਈਲਡ ਪੇਰੈਂਟ ਨੂੰ 2 ਨਾਲ ਮਲਟੀਪਲਾਈ ਕਰੋ ਤੇ 2 ਜੋੜ ਦਿਓ 0 ਨੂੰ 2 ਨਾਲ ਮਲਟੀਪਲਾਈ ਕੀਤਾ 0 ਪਲੱਸ 2 ਕਰਤੇ 2 ਆ ਇਹਦਾ ਰਾਈਟ ਚਾਈਲਡ ਹੈ ਜਿਵੇਂ ਆਹੀ ਚੀਜ਼ B ਅਤੇ ਆ C A ਦਾ ਜਿਹੜਾ ਇੰਡੈਕਸ ਹੈ ਉਹ 0 ਹੈ B ਦਾ ਇੰਡੈਕਸ ਆ ਫਾਰਮੂਲੇ ਦੇ ਮੁਤਾਬਕ A ਦੇ ਇੰਡੈਕਸ ਨੂੰ 2 ਨਾਲ ਗੁਣਾ ਕਰਕੇ 1 ਜੋੜਨਾ ਹੈ ਤਾਂ 1 ਬਣੇਗਾ ਐਂਡ C ਦਾ ਇੰਡੈਕਸ 0 ਨੂੰ 2 ਨਾਲ ਗੁਣਾ ਕਰਕੇ 2 ਜੋੜਨੇ ਨੇ ਮਤਲਬ 2 ਬਣੇਗਾ ਨੈਕਸਟ ਅਸੀਂ ਹੁਣ B ਦੇ ਚਾਈਲਡ ਲੱਭਣਾ B ਦਾ ਚਾਈਲਡ ਕਿਹੜੇ ਇੰਡੈਕਸ ਤੇ ਆਏਗਾ D ਕਿੱਥੇ ਆਏਗਾ B ਦੇ ਚਾਈਲਡ B ਦੇ ਇੰਡੈਕਸ ਨੂੰ 2 ਨਾਲ ਗੁਣਾ ਕਰੋ 1 ਗੁਣਾ 2 2 ਪਲੱਸ 1 3 ਤਾਂ B ਦਾ ਲੈਫਟ ਚਾਈਲਡ 3 ਇੰਡੈਕਸ ਤੇ ਆਏਗਾ B ਦਾ ਰਾਈਟ ਚਾਈਲਡ 1 ਨੂੰ 2 ਨਾਲ ਗੁਣਾ ਕਰਿਆ 2 2 ਪਲੱਸ 2 4
4 ਇੰਡੈਕਸ ਤੇ ਆਏਗਾ। ਆ 2 ਹੈ, C ਦਾ ਲੈਫਟ ਚਾਈਲਡ, 2 ਨੂੰ 2 1 2 ਨਾਲ ਗੁਣਾ ਕੀਤਾ 4 + 1 5 ਐਂਡ 2 ਨੂੰ 2 ਨਾਲ ਗੁਣਾ ਕੀਤਾ 2 4 + 2 6 6 ਇੰਡੈਕਸ ਤੇ ਆਏਗਾ। ਇਹਨਾਂ ਫਾਰਮੂਲਿਆਂ ਦੇ ਮੁਤਾਬਕ ਹਰੇਕ ਪੇਰੈਂਟ ਦੇ 2 ਚਾਈਲਡ ਕਿਹੜੇ ਇੰਡੈਕਸ ਤੇ ਸਟੋਰ ਹੋਣਗੇ, ਲੈਫਟ ਤੇ ਰਾਈਟ ਵਾਲੇ ਚਾਈਲਡ, ਉਹਨਾਂ ਦਾ ਇੰਡੈਕਸ ਕੈਲਕੂਲੇਟ ਕੀਤਾ ਜਾਂਦਾ ਤਾਂ ਜੋ ਐਰੇ ਦੇ ਵਿੱਚ ਉਸ ਨੂੰ ਮੇਨਟੇਨ ਕੀਤਾ ਜਾ ਸਕੇ। ਆ ਦੇਖੋ B ਦਾ ਜਿਹੜਾ ਲੈਫਟ ਚਾਈਲਡ ਆ ਉਹ 3 ਤੇ ਆਇਆ, B ਦਾ ਜਿਹੜਾ ਰਾਈਟ ਚਾਈਲਡ ਆ 4 ਤੇ ਆਇਆ, ਇਹਦੇ ਮੁਤਾਬਕ ਜਿਹੜੀ ਆਪਾਂ ਇੱਥੇ ਕੈਲਕੂਲੇਸ਼ਨ ਕੀਤੀ। ਉਸੇ ਤਰ੍ਹਾਂ ਨਾਲ ਜਿਹੜਾ C ਹੈ, C ਦਾ ਲੈਫਟ ਚਾਈਲਡ 5 ਤੇ ਆਇਆ, ਆ ਦੇਖੋ ਇੱਥੇ ਕਰਿਆ ਹੋਇਆ, ਐਂਡ C ਦਾ ਜਿਹੜਾ ਰਾਈਟ ਚਾਈਲਡ ਹੈ ਉਹ 6 ਤੇ ਆਇਆ, ਆ ਦੇਖੋ ਇੱਥੇ ਕੈਲਕੂਲੇਟ ਕਰਿਆ ਸੀ। ਸੋ ਇਸ ਤਰ੍ਹਾਂ ਨਾਲ ਇੱਕ ਐਰੇ ਦੇ ਵਿੱਚ ਅਸੀਂ ਟਰੀ ਦੇ ਸਾਰੀਆਂ ਨੋਡਸ ਨੂੰ ਸਟੋਰ ਕਰ ਲੈਂਦੇ ਆ। ਇੰਡੈਕਸ ਕੈਲਕੂਲੇਸ਼ਨ ਇਹਦੇ ਮੁਤਾਬਕ ਕੀਤੀ ਜਾਂਦੀ ਹੈ। ਜਦੋਂ ਵਿਜ਼ਿਟ ਕਰਨਾ ਹੁੰਦਾ ਹੈ, ਮਤਲਬ ਨੋਡਸ ਨੂੰ ਜਿਵੇਂ ਆਪਾਂ ਵਿਜ਼ਿਟ ਕਰਨਾ ਪ੍ਰਿੰਟ ਕਰਨ ਦੇ ਲਈ ਜਾਂ ਕਿਸੇ ਹੋਰ ਪਰਪਸ ਲਈ, ਸਾਰੀਆਂ ਨੋਡਸ ਨੂੰ ਅਸੀਂ ਵਿਜ਼ਿਟ ਕਰਨਾ, ਟਰੈਵਰਸਿੰਗ ਕਹਿੰਦੇ ਆ, ਤਾਂ ਉਹਦੇ ਲਈ ਸਾਨੂੰ ਇੰਡੈਕਸ ਆਫ ਦਾ ਪੇਰੈਂਟ, ਕਿਸੇ ਪੇਰੈਂਟ ਤੇ ਜਾਣਾ ਹੋਵੇ, ਇੰਡੈਕਸ ਆਫ ਦਾ ਲੈਫਟ ਚਾਈਲਡ -1 ਡਿਵਾਈਡਡ ਬਾਈ 2, ਉਹਦੇ ਨਾਲੋਂ ਉਲਟਾ ਕਰ ਲੈਣਾ। ਜਿਵੇਂ ਇੱਥੇ +1 ਕਰਕੇ ਪਹਿਲਾਂ ਮਲਟੀਪਲਾਈ 2 ਕੀਤਾ ਸੀ, ਉੱਥੇ 1 ਮਾਈਨਸ ਘਟਾ ਕੇ 2 ਨਾਲ ਡਿਵੀਜ਼ਨ ਕਰ ਦਿਓ। ਉਸੇ ਤਰ੍ਹਾਂ ਨਾਲ ਇੰਡੈਕਸ ਆਫ ਪੇਰੈਂਟ, ਇੰਡੈਕਸ ਆਫ ਰਾਈਟ ਚਾਈਲਡ ਡਿਵਾਈਡਡ ਬਾਈ 2 - 1। ਜੇ ਤੁਹਾਨੂੰ ਲੈਫਟ ਚਾਈਲਡ ਦਿੱਤਾ ਹੋਇਆ, ਤੁਸੀਂ ਪੇਰੈਂਟ ਦਾ ਇੰਡੈਕਸ ਲੱਭਣਾ ਤਾਂ ਲੈਫਟ ਚਾਈਲਡ ਦੇ ਇੰਡੈਕਸ ਦੇ ਵਿੱਚੋਂ 1 ਮਾਈਨਸ ਕਰਕੇ 2 ਨਾਲ ਡਿਵਾਈਡ ਕਰ ਦਿਓ। ਜੇ ਤੁਹਾਨੂੰ ਰਾਈਟ ਚਾਈਲਡ ਦਾ ਇੰਡੈਕਸ ਦਿੱਤਾ ਹੋਇਆ ਤਾਂ ਉਹਨੂੰ 2 ਨਾਲ ਡਿਵਾਈਡ ਕਰਕੇ ਬਾਅਦ ਚ -1 ਕਰ ਦਿਓ, ਪੇਰੈਂਟ ਦਾ ਇੰਡੈਕਸ ਆ ਜਾਏਗਾ। ਐਗਜ਼ਾਮਪਲ ਕਰਕੇ ਦੇਖ ਲੈਂਦੇ ਆ। ਜਿਸ ਤਰ੍ਹਾਂ ਮੰਨ ਲਓ ਆਪਾਂ ਨੂੰ F ਦਿੱਤਾ ਹੋਇਆ, F ਦਾ ਇੰਡੈਕਸ 5 ਹੈ, ਇਹਦਾ ਪੇਰੈਂਟ ਦਾ ਇੰਡੈਕਸ ਕੀ ਹੋਏਗਾ 5। ਜਿਹੜਾ F ਹੈ ਜਿਹੜਾ ਲੈਫਟ ਚਾਈਲਡ ਹੈ, ਇਹਦਾ ਮਤਲਬ ਲੈਫਟ ਚਾਈਲਡ ਦੇ ਵਿੱਚੋਂ -1 ਕੀਤਾ, 5 - 1 4, 4 ਨੂੰ ਡਿਵਾਈਡਡ ਬਾਈ 2, ਆਂਸਰ ਆਇਆ 2। ਤਾਂ 2 ਹੈ ਜਿਹੜਾ ਇੰਡੈਕਸ ਹੈ ਉਹ F ਦੇ ਪੇਰੈਂਟ ਦਾ। ਉਸੇ ਤਰ੍ਹਾਂ ਜੇ ਅਸੀਂ G ਦਾ ਪੇਰੈਂਟ ਦਾ ਇੰਡੈਕਸ ਲਿਖਣਾ, G ਦਾ ਇੰਡੈਕਸ ਹੈ 6, G ਇੱਕ ਰਾਈਟ ਚਾਈਲਡ ਹੈ, ਰਾਈਟ ਚਾਈਲਡ ਦਾ ਇੰਡੈਕਸ 6, 6 ਡਿਵਾਈਡਡ ਬਾਈ 2 3, 3 ਚ 1 ਮਾਈਨਸ ਕਰ ਦਿੱਤਾ 2, ਆ 2 ਆਂਸਰ। ਇਸ ਤਰ੍ਹਾਂ ਪੇਰੈਂਟ ਦਾ ਇੰਡੈਕਸ ਚਾਈਲਡ ਦੇ ਇੰਡੈਕਸ ਤੋਂ ਕੈਲਕੂਲੇਟ ਹੁੰਦਾ ਹੈ। An array representation of binary tree is not suitable for frequent insertions and deletions। ਸੇਮ ਪ੍ਰੋਬਲਮ ਜਿਹੜੀ ਆਪਾਂ ਪਹਿਲਾਂ ਲਿੰਕਡ ਲਿਸਟ ਦੇ ਵਿੱਚ ਪੜ੍ਹੀ ਸੀ ਕਿ ਐਰੇ ਰਿਪਰੈਜ਼ੈਂਟੇਸ਼ਨ ਕਰਨ ਦੇ ਨਾਲ ਸਾਡੇ ਤੇ ਉਹੀ ਤਰ੍ਹਾਂ ਦੀਆਂ ਜਿਹੜੀਆਂ ਐਰੇ ਦੀਆਂ ਲਿਮਿਟੇਸ਼ਨਸ ਨੇ ਉਹ ਅਪਲਾਈ ਹੋ ਜਾਂਦੀਆਂ ਨੇ। ਇਸ ਕਰਕੇ ਡਾਟਾ ਸਟਰਕਚਰ ਦਾ ਇੰਨਾ ਕੋਈ ਜ਼ਿਆਦਾ ਬੈਨੀਫੀਸ਼ੀਅਲ ਡਾਟਾ ਸਟਰਕਚਰ ਨਹੀਂ ਲੱਗਦਾ। ਆਲਸੋ ਦੇयर ਇਜ਼ ਅ ਵੇਸਟੇਜ ਆਫ ਸਪੇਸ ਇਫ ਬਾਈਨਰੀ ਟਰੀ ਇਜ਼ ਨਾਟ ਕੰਪਲੀਟ ਬਾਈਨਰੀ ਟਰੀ। ਵਿੱਚੋਂ ਕੋਈ ਨੋਡਸ ਖਾਲੀ ਰਹਿ ਜਾਣਗੀਆਂ ਕਿਉਂਕਿ ਕਈ ਵਾਰ ਹਰੇਕ ਦੇ 2 ਚਾਈਲਡ ਨਹੀਂ ਹੁੰਦੇ, ਕਈ ਵਾਰ ਇਹਦਾ ਇੱਕੋ ਹੀ ਚਾਈਲਡ ਹੈ, ਇਹਦਾ ਵੀ ਇੱਕੋ ਹੀ ਚਾਈਲਡ ਹੈ, ਤਾਂ ਉਹਦੇ ਨਾਲ ਵਿੱਚੋਂ ਖਾਲੀ ਰਹਿ ਜਾਣਗੀਆਂ ਤਾਂ ਵੇਸਟੇਜ ਬਹੁਤ ਹੋ ਜਾਏਗੀ। ਸੋ ਲਿੰਕਡ ਰਿਪਰੈਜ਼ੈਂਟੇਸ਼ਨ ਇਜ਼ ਪ੍ਰੈਫਰਡ। ਜਦੋਂ ਅਸੀਂ ਬਾਈਨਰੀ ਟਰੀ ਦੀ ਲਿੰਕਡ ਰਿਪਰੈਜ਼ੈਂਟੇਸ਼ਨ ਕਰਦੇ ਹਾਂ ਤਾਂ ਉਹ ਕਿਵੇਂ ਹੁੰਦੀ ਹੈ। ਲਿੰਕਡ ਰਿਪਰੈਜ਼ੈਂਟੇਸ਼ਨ, ਇਹਦੇ ਚ ਅਸੀਂ ਪੁਆਇੰਟਰ ਯੂਜ਼ ਕਰਨੇ ਨੇ। ਬਾਈਨਰੀ ਟਰੀਜ਼ ਕੈਨ ਬੀ ਰਿਪਰੈਜ਼ੈਂਟਡ ਬਾਈ ਲਿੰਕਸ where each node contains the address of the left child and the right child। 2 ਐਡਰੈਸ ਹੋਣਗੇ, ਇੱਕ ਡਾਟਾ ਨੋਡ ਹੋ ਗਈ, ਇਹ ਡਬਲੀ ਲਿੰਕਡ ਲਿਸਟ ਦੀ ਤਰ੍ਹਾਂ ਹੋ ਜਾਂਦਾ ਡਾਟਾ ਸਟਰਕਚਰ ਇਹਦਾ, ਕਿਉਂਕਿ ਇੱਥੇ ਇੱਕ ਡਾਟੇ ਦੇ ਨਾਲ 2 ਐਡਰੈਸ ਸਟੋਰ ਕਰਨੇ ਨੇ। ਪਰ ਉੱਥੇ ਸੀਗੇ ਇੱਕ ਪ੍ਰੀਵੀਅਸ ਇੱਕ ਨੈਕਸਟ, ਇੱਥੇ ਹੋ ਜਾਏਗਾ ਇੱਕ ਲੈਫਟ ਇੱਕ ਰਾਈਟ, ਬਸ ਇੰਨਾ ਹੀ ਫਰਕ ਹੈ। ਡਬਲੀ ਲਿੰਕਡ ਲਿਸਟ ਵਰਗਾ ਸਟਰਕਚਰ ਹੈ। A node that does not have a left or right child contains a null। ਜਿਵੇਂ ਆ ਦੇਖੋ ਇਹਦਾ ਲੈਫਟ ਕੋਈ ਨਹੀਂ ਹੈ ਨਲ, ਇਹਦਾ ਰਾਈਟ ਵੀ ਕੋਈ ਨਹੀਂ ਹੈ ਨਲ। ਉਹ ਉਸੇ ਤਰ੍ਹਾਂ ਜਿਵੇਂ ਆਪਾਂ ਲਿੰਕਡ ਲਿਸਟ ਦੇ ਵਿੱਚ ਨਲ ਮੀਨਸ ਉੱਥੇ ਐਡਰੈਸ ਸਟੋਰ ਨਹੀਂ ਕੀਤਾ ਕਿਸੇ ਦਾ ਕਿਉਂਕਿ ਉਸ ਤੋਂ ਅੱਗੇ ਕੋਈ ਹੈ। ਸੋ ਇਸ ਤਰ੍ਹਾਂ ਨਾਲ ਲਿੰਕਡ ਰਿਪਰੈਜ਼ੈਂਟੇਸ਼ਨ ਅਸੀਂ ਕਰ ਸਕਦੇ ਹਾਂ। ਬਾਈਨਰੀ ਟਰੀ ਟ੍ਰੈਵਰਸਲ, ਬਾਈਨਰੀ ਟਰੀ ਨੂੰ ਕਿਵੇਂ ਟ੍ਰੈਵਰਸ ਮੈਂ ਪਹਿਲਾਂ ਦੱਸਿਆ ਵੀ ਵਿਜ਼ਿਟ ਕਰਨਾ, ਹਰੇਕ ਨੋਡ ਨੂੰ ਇੱਕ ਵਾਰ, ਇੱਕ ਤੋਂ ਬਾਅਦ ਕਿਸੇ ਨੂੰ ਨਹੀਂ ਕਰਨਾ ਤੇ ਸਾਰੀਆਂ ਨੋਡਸ ਨੂੰ ਵਿਜ਼ਿਟ ਕਰਨਾ, ਉਸ ਨੂੰ ਟ੍ਰੈਵਰਸਲ ਕਹਿੰਦੇ ਆ। ਉਹਨੂੰ ਤੁਸੀਂ ਪ੍ਰਿੰਟ ਕਰਨ ਦੇ ਲਈ, ਡਿਸਪਲੇ ਕਰਨ ਦੇ ਲਈ ਵਰਤ ਸਕਦੇ ਹੋ। ਟ੍ਰੈਵਰਸਲ ਇਸੇ ਕਰ ਲਈ ਕਰਿਆ ਜਾਂਦਾ। ਟ੍ਰੈਵਰਸਲ ਆਫ ਅ ਬਾਈਨਰੀ ਟਰੀ ਇਨਵੋਲਵਸ ਵਿਜ਼ਿਟਿੰਗ ਈਚ ਨੋਡ ਇਨ ਦਾ ਟਰੀ ਐਗਜ਼ੈਕਟਲੀ ਵੰਸ। ਮਤਲਬ ਜਿਵੇਂ ਆਪਾਂ ਲਿੰਕਡ ਲਿਸਟ ਦੇ ਵਿੱਚ ਹੈਡ ਨੋਡ ਤੋਂ ਸ਼ੁਰੂ ਕਰਦੇ ਸੀ, ਟੈਂਪ ਇਕੁਅਲ ਟੂ ਟੈਂਪ ਨੈਕਸਟ ਤੱਕ ਕਰਦੇ ਕਰਦੇ ਨਲ ਤੱਕ ਜਾਂਦੇ ਸੀ। ਟ੍ਰੈਵਰਸਲ ਸੀ ਉਹ, ਮਤਲਬ ਸਾਰੇ ਐਲੀਮੈਂਟਸ ਨੂੰ ਮੰਨ ਲਓ ਪ੍ਰਿੰਟ ਕਰਾਣਾ ਤਾਂ ਟ੍ਰੈਵਰਸਲ ਕਰਨਾ ਪਏਗਾ।
देयर आर 3 मैथड्स कॉमनली यूज्ड फॉर बाइनरी ट्री ट्रैवर्सल। इत्थे 3 तरीके होणगे। एक तो इन ऑर्डर ट्रैवर्सल है, एक प्री ऑर्डर ट्रैवर्सल है, एक पोस्ट ऑर्डर ट्रैवर्सल है। इन ऑर्डर ट्रैवर्सल दे विच असीं लैफ्ट सब ट्री तो शुरू करते हैं, फिर रूट ट्रैवर्स करते हैं, फिर राइट सब ट्री। हाँ देखो, ट्रैवर्सल ऑफ लैफ्ट सब ट्री, फिर विजिट द रूट, फिर ट्रैवर्सल ऑफ राइट सब ट्री। ये भी इन ऑर्डर दे विच ही। ਤਾਂ ਉਹਦੇ ਮੁਤਾਬਕ ਸਾਡੇ ਕੋਲੇ ਜੇ ਅਸੀਂ ਇਸ ਨੂੰ ਟਰੈਵਰਸ ਕਰੀਏ ਇਨ ਆਰਡਰ ਦੇ ਵਿੱਚ ਤਾਂ ਸਾਡੇ ਕੋਲੇ ਆਹ ਵਾਲੇ ਐਲੀਮੈਂਟ ਆਉਣਗੇ। ਕਿਵੇਂ ਕਰਨਾ ਹੈ? ਲੈਫਟ ਤੋਂ ਸ਼ੁਰੂ ਕਰਨਾ ਹੈ। ਇਹ ਭਾਈ ਏ ਦਾ ਐਡਰੈਸ ਹੋਏਗਾ ਸਾਡੇ ਕੋਲ, ਪਰ ਅਸੀਂ ਏ ਨੂੰ ਵਿਜ਼ਿਟ ਕਰਨ ਦੀ ਬਜਾਏ ਏ ਦੇ ਲੈਫਟ ਤੇ ਚਲੇ ਜਾਵਾਂਗੇ। ਇਹਦਾ ਵੀ ਲੈਫਟ ਹੈ, ਡੀ ਤੇ ਚਲੇ ਜਾਵਾਂਗੇ। ਸਭ ਤੋਂ ਪਹਿਲਾਂ ਡੀ ਪ੍ਰਿੰਟ ਹੋਏਗਾ। ਹੁਣ ਡੀ ਹੋ ਗਿਆ ਪ੍ਰਿੰਟ, ਜਿਹੜਾ ਪ੍ਰਿੰਟ ਹੋ ਰਿਹਾ ਮੈਂ ਉਸ ਤੇ ਸਰਕਲ ਲਾ ਰਿਹਾ। ਡੀ ਪ੍ਰਿੰਟ ਹੋ ਗਿਆ। ਡੀ ਦਾ ਲੈਫਟ ਕੋਈ ਹੈ ਨਹੀਂ, ਰਾਈਟ ਕੋਈ ਹੈ ਨਹੀਂ। ਡੀ ਦੇ ਰੂਟ ਤੇ ਜਾਵਾਂਗੇ। ਲੈਫਟ ਰੂਟ ਰਾਈਟ ਮੈਥਡ ਹੈ, ਲੈਫਟ ਰੂਟ ਰਾਈਟ। ਡੀ ਦਾ ਰੂਟ ਹੈ ਬੀ, ਬੀ ਆ ਗਿਆ। ਰਾਈਟ, ਬੀ ਦਾ ਰਾਈਟ ਹੈ ਈ, ਈ। ਹੁਣ ਇਹਦਾ ਮਤਲਬ ਹੈ ਏ ਦਾ ਸਾਰਾ ਲੈਫਟ ਹੋ ਗਿਆ, ਏ ਦਾ ਸਾਰਾ ਲੈਫਟ ਹੋ ਗਿਆ, ਬੀ ਵੀ ਹੋ ਗਿਆ, ਈ ਵੀ ਹੋ ਗਿਆ। ਹੁਣ ਏ ਦਾ ਲੈਫਟ ਹੋ ਗਿਆ, ਇਹਦਾ ਮਤਲਬ रूट पे जावांगे ए। हुण ए दे राइट दी बारी, ए हो गया, ए दे राइट दी बारी। ए दे राइट ते है सी, लेकिन सी दा हजे लैफ्ट है, लैफ्ट पहला करना है। सो सी दे लैफ्ट ते जावांगे एफ, एफ दे लैफ्ट राइट कोई है नहीं, इस करके एफ। फिर रूट ते जावांगे सी, फिर राइट ते आवांगे जी। आ चीज बन गई डी बी ई ए एफ सी जी, डी बी ई ए एफ सी जी। ये इन ऑर्डर ट्रैवर्सल च इदां होएगा। जे असी प्री ऑर्डर ट्रैवर्सल करना है तो सब तो पहला असी रूट प्रिंट करते हैं, फिर लैफ्ट सब ट्री, फिर राइट सब ट्री, बोथ इन प्री ऑर्डर। ਉਹਦੇ ਨਾਲ आंसर ये बनेगा, मतलब विजिटिंग ਜਿਹੜੀ ਹੋਏਗੀ, डिस्पले होएगी नोड, वो इस ऑर्डर च होएगी। वो च देखो किवें, सब तो पहला ए ते आ गए, ए प्रिंट करता क्योंकि रूट पहला करना है, ए रूट है, रूट करता। फिर रूट का लैफ्ट बी है, बी खुद भी एक रूट है डी ई का, इस करके वो भी करता। फिर डी ते आ गए, डी करता। फिर बी हो चुके हैं, डी हो चुके हैं, ई करना है, ई करता। इधर ए का लैफ्ट सारा हो गया, ए दे राइट दे उत्ते पहला रूट करना है सी, फिर रूट का लैफ्ट करना है एफ, फिर रूट का राइट करना है जी। सो ये ऑर्डर बन गया प्री ऑर्डर दे विच ए बी डी ई सी एफ जी। ते तीसरा है पोस्ट ऑर्डर ट्रैवर्सल, जिस रूट सब तो बाद आ जाता है। पहला लैफ्ट सब ट्री इन पोस्ट ऑर्डर, फिर राइट सब ट्री इन पोस्ट ऑर्डर, फिर रूट। पहला लैफ्ट सब ट्री इन पोस्ट ऑर्डर। सो उस तरह जिवें प्री च करिया सी, पहला लैफ्ट सब ट्री करना, ये नहीं करना, ए दा लैफ्ट सब ट्री करना, बी, बी दा भी लैफ्ट सब ट्री हैगा डी। सो सब तो पहला डी होएगा, फिर डी तो बाद रूट नहीं करना, राइट करना पहला। इत्थे लैफ्ट राइट रूट है, लैफ्ट डी, राइट ई, रूट बी। हुण ए दा लैफ्ट हो गया, ए दा लैफ्ट हो गया तो ए दा पहला राइट करना, बाद च ए करनी है। ए दा राइट हैगा सी एफ ते जी, लेकिन ये पहला एफ पहला करना है, एफ विजिट किया, फिर जी करना है लैफ्ट, फिर राइट, फिर रूट, फिर सी। हुण ए दा लैफ्ट भी हो गया, राइट भी हो गया। हुण ए दी बारी, ए बिल्कुल एंड पे चला गया। ये हो गया पोस्ट ऑर्डर ट्रैवर्सल। डी ई बी एफ जी सी ए। इस तरह नाल असीं बाइनरी ट्री ट्रैवर्सल 3 डिफरेंट वेज दे नाल कर सकते हैं। लिंक लिस्ट च इक्को ही वे सी, क्योंकि वो एक लाइन च सी सारे एलीमेंट, हैड तो शुरू करते सी, नल तक चले जाते सी। लेकिन ये विजिट करने दे 3 डिफरेंट वेज बनते हैं। पहला तो है इन ऑर्डर, जिहदे रूट बिल्कुल विचाले आ गई, लैफ्ट। इनू याद रखना हो तो सौखा, लैफ्ट रूट राइट, लैफ्ट रूट राइट। इन ऑर्डर दे विच की होएगा, लैफ्ट रूट राइट, लैफ्ट रूट राइट। ते
ਜਿਹੜਾ ਸਾਡੇ ਕੋਲੇ ਪ੍ਰੀ ਆਰਡਰ ਹੈ ਇਹਦੇ ਵਿੱਚ ਪਹਿਲਾਂ ਰੂਟ ਆਏਗੀ, ਰੂਟ ਲੈਫਟ ਰਾਈਟ। ਜਿਹੜਾ ਪੋਸਟ ਆਰਡਰ ਹੈ ਉਹ ਵਿੱਚ ਰੂਟ ਸਭ ਤੋਂ ਬਾਅਦ ਚ ਆਏਗੀ, ਲੈਫਟ ਰਾਈਟ ਰੂਟ। ਸੋ ਇਸ ਤਰ੍ਹਾਂ ਨਾਲ 3 ਡਿਫਰੈਂਟ ਆਰਡਰਸ ਦੇ ਵਿੱਚ ਅਸੀਂ ਬਾਈਨਰੀ ਟਰੀ ਨੂੰ ਟ੍ਰੈਵਰਸ ਕਰ ਸਕਦੇ ਹਾਂ। ਟਰੀ ਜਨਰੇਸ਼ਨਸ ਫਰੋਮ ਟ੍ਰੈਵਰਸਲਸ, ਜੇ ਆਪਾਂ ਵਾਪਸ ਟਰੀ ਜਨਰੇਟ ਕਰਨੇ ਹੋਣ ਟ੍ਰੈਵਰਸਲ ਤੋਂ, ਸਾਨੂੰ ਲੈਫਟ ਤੇ ਰਾਈਟ ਕੋਈ ਦਿੱਤਾ ਹੋਵੇ ਇਨ ਆਰਡਰ ਜਾਂ ਪ੍ਰੀ ਆਰਡਰ ਦਿੱਤਾ ਹੁੰਦਾ, ਅਸੀਂ ਉਹਦੇ ਤੋਂ 2 ਆਰਡਰ ਦਿੱਤੇ ਹੁੰਦੇ ਨੇ ਜਿਨ੍ਹਾਂ 'ਚ ਇਨ ਆਰਡਰ 'ਚ ਹਮੇਸ਼ਾ ਦਿੱਤਾ ਹੁੰਦਾ, ਇਹਨਾਂ ਇਨ ਦੇ ਨਾਲ ਪ੍ਰੀ ਆਰਡਰ ਜਾਂ ਪੋਸਟ ਆਰਡਰ ਦੋਵਾਂ 'ਚ ਇੱਕ ਦਿੱਤਾ ਹੋਏਗਾ ਤੇ ਅਸੀਂ ਟਰੀ ਬਣਾਉਣਾ ਹੁੰਦਾ। If in order traversal is given with pre-order traversal or post-order traversal, then the binary tree can be generated. When in order and pre-order traversals are given, मान लो 2 ਦਿੱਤੇ ਹੋਏ ਨੇ, ਆ ਸਾਡੇ ਕੋਲੇ in order traversal ਹੈ, ਆ ਸਾਡੇ ਕੋਲੇ pre-order traversal ਹੈ। ਇਹਨਾਂ ਨੂੰ ਦੇਖ ਕੇ ਅਸੀਂ tree generate ਕਰਨਾ, ਬਣਾਉਣਾ ਹੈ। ਸੋ ਸਭ ਤੋਂ ਪਹਿਲਾਂ ਅਸੀਂ find the root, root ਲੱਭਾਂਗੇ। root will be the left most in the pre order, ਜਿਹੜਾ ਪ੍ਰੀ ਆਰਡਰ ਹੈ ਉਹਦੇ ਚੋਂ ਸਭ ਤੋਂ ਪਹਿਲਾਂ ਜਿਹੜੀ ਨੋਡ ਆਉਂਦੀ ਹੈ ਇਹ ਰੂਟ ਹੈ। ਸੋ ਅਸੀਂ ਪਹਿਲਾਂ A ਨੂੰ ਰੂਟ ਬਣਾ ਕੇ ਇੱਥੇ ਰੱਖ ਦਿਆਂਗੇ, A ਬਣ ਗਈ। ਹੁਣ ਅਸੀਂ ਫਾਈਂਡ ਦਾ ਲੈਫਟ ਸਬ ਟਰੀ, ਲੈਫਟ ਸਬ ਟਰੀ ਲੱਭਣਾ। ਹੁਣ ਇਸ A ਨੂੰ ਅਸੀਂ ਇਹਦੇ ਵਿੱਚ ਦੇਖਣਾ ਵੀ A ਕਿੱਥੇ ਹੈ, ਆ ਪਈ ਹੈ A। A ਦੇ ਲੈਫਟ ਤੇ ਜਿਹੜੇ ਐਲੀਮੈਂਟ ਨੇ ਉਹ ਲੈਫਟ ਸਬ ਟਰੀ ਚ ਆਉਣਗੇ, A ਦੇ ਜਿਹੜੇ ਰਾਈਟ ਤੇ ਐਲੀਮੈਂਟ ਨੇ ਉਹ ਰਾਈਟ ਸਬ ਟਰੀ ਚ ਆਉਣਗੇ। ਮਤਲਬ DBE ਹੈ ਜਿਹੜਾ ਉਹ ਲੈਫਟ ਸਾਈਡ ਤੇ ਆ ਜਾਏਗਾ, DB ਤੇ E ਲੈਫਟ ਸਾਈਡ ਤੇ ਆਏਗਾ ਹਮੇਸ਼ਾ, ਅਤੇ ਜਿਹੜੇ ਦੂਜੇ ਨੇ FCG ਉਹ ਰਾਈਟ ਸਾਈਡ ਤੇ ਆਉਣਗੇ। FC ਤੇ G ਇਹ ਰਾਈਟ ਤੇ ਆ ਗਏ। ਪਰ ਹੁਣ ਇਹ 3 ਨਹੀਂ ਇਕੱਠੇ ਆ ਸਕਦੇ, ਇਹਨਾਂ ਨੂੰ ਅੱਗੇ ਡਿਵਾਈਡ ਕਰਨਾ। ਹੁਣ ਉਹ ਦੇਖਣਾ ਪਏਗਾ ਵੀ DBE ਦੇ ਵਿੱਚੋਂ ਰੂਟ ਕਿਹੜੀ ਹੈ। ਹਮੇਸ਼ਾ ਨਹੀਂ ਸੈਂਟਰ 'ਚ ਹੁੰਦੀ, ਕਈ ਵਾਰ ਇੱਕ ਪਾਸੇ ਜ਼ਿਆਦਾ ਲੱਗੀਆਂ ਹੁੰਦੀਆਂ ਨੇ ਇੱਕ ਪਾਸੇ ਘੱਟ। ਤੋਂ ਆਪਾਂ ਨੂੰ ਦੇਖਣਾ ਪਏਗਾ ਪ੍ਰੀ ਆਰਡਰ ਚੋਂ, ਪ੍ਰੀ ਆਰਡਰ ਚੋਂ ਅਸੀਂ DBE ਦੇ ਵਿੱਚੋਂ ਦੇਖਾਂਗੇ ਪਹਿਲਾਂ ਕਿਹੜੀ ਆਉਂਦੀ ਹੈ। ਜਿਹੜੀ ਵੀ ਆਪਣੇ ਕੋਲੇ ਆ ਜਾਏਗੀ ਪਹਿਲਾਂ ਉਹ ਰੂਟ ਬਣੇਗੀ। A ਤੋਂ ਬਾਅਦ ਪਹਿਲਾਂ ਆਉਂਦੀ ਹੈ B, A ਦਾ ਕੰਮ ਹੋ ਗਿਆ ਸੀ, B ਆਉਂਦੀ ਹੈ, B ਇਹਦਾ ਮਤਲਬ ਇੱਥੇ ਰੂਟ ਬਣੇਗੀ। D ਅਤੇ E ਇੱਥੇ ਨਹੀਂ ਰਹਿਣਗੇ, B ਇੱਥੇ ਨੋਡ ਬਣ ਜਾਏਗੀ ਅਤੇ A ਦੇ ਲੈਫਟ ਸਾਈਡ ਤੇ ਲੱਗ ਜਾਏਗੀ। ਉਸੇ ਤਰ੍ਹਾਂ FCG ਦੇ ਵਿੱਚੋਂ ਰੂਟ ਲੱਭਣੀ ਪਊ। ਇਹਦੇ ਵਿੱਚੋਂ ਦੇਖੋ ਪਹਿਲਾਂ ਕਿਹੜੀ ਆਉਂਦੀ ਹੈ, ਉਹ ਆਪਾਂ ਇੱਥੇ ਜਿਹੜੀ ਹੈ FCG ਚੋਂ, D ਨਹੀਂ ਦੇਖਣੀ, FCG ਦੇ ਵਿੱਚੋਂ ਕਿਹੜੀ ਪਹਿਲਾਂ ਆਉਂਦੀ ਹੈ, C ਪਹਿਲਾਂ ਆਉਂਦੀ ਹੈ। ਆ ਤਾਂ DE ਨੇ ਨਾ, FCG ਚੋਂ C ਪਹਿਲਾਂ ਆਉਂਦੀ ਹੈ, C ਇੱਥੇ ਰੂਟ ਬਣੇਗੀ, FG ਨਹੀਂ ਰਹਿਣਗੇ, ਇਹ A ਦੇ ਲੈਫਟ ਰਾਈਟ ਤੇ ਲੱਗ ਜਾਏਗੀ। ਹੁਣ ਉਸੇ ਤਰ੍ਹਾਂ ਨਾਲ ਜਿਹੜਾ B ਦੇ ਆ B ਹੈ, B ਦੇ ਲੈਫਟ ਤੇ ਕਿਹੜਾ ਹੈ D, ਉਹ B ਦੇ ਲੈਫਟ ਤੇ ਲੱਗ ਜਾਏਗਾ। ਉਸੇ ਤਰ੍ਹਾਂ ਨਾਲ ਇਨ ਆਰਡਰ ਚ ਦੇਖਾਂਗੇ B ਦੇ ਰਾਈਟ ਤੇ ਕਿਹੜਾ ਹੈ E, ਉਹ B ਦੇ ਰਾਈਟ ਤੇ ਲੱਗ ਜਾਏਗਾ। ਸੇਮ ਉਹੀ ਤਰੀਕਾ C ਦੇਖੋ, C ਦੇ ਲੈਫਟ ਤੇ ਕਿਹੜਾ F, ਜੇ ਸਿੰਗਲ ਹੈ ਤਾਂ ਇਦਾਂ ਹੀ ਲੱਗ ਜਾਏਗਾ ਬਸ F। ਐਂਡ ਜੇ ਰਾਈਟ ਤੇ ਦੇਖੋ ਕਿਹੜਾ, ਰਾਈਟ ਤੇ G ਹੈ, ਇਹਦਾ ਮਤਲਬ ਰਾਈਟ ਤੇ G ਲੱਗ ਜਾਏਗਾ। ਸੋ ਸਾਡਾ ਜਿਹੜਾ ਟਰੀ ਹੈ ਉਹ ਜਨਰੇਟ ਹੋ ਗਿਆ। ਸਾਨੂੰ ਇਨ ਆਰਡਰ ਅਤੇ ਪ੍ਰੀ ਆਰਡਰ ਦਿੱਤੇ ਹੋਏ ਸੀ, ਅਸੀਂ ਉਹਨਾਂ ਤੋਂ ਟਰੀ ਜਨਰੇਟ ਕੀਤਾ। ਸੇਮ ਇਹੀ ਤਰੀਕਾ ਫਾਲੋ ਕਰਿਆ ਜਾਂਦਾ ਜੇ ਸਾਨੂੰ ਇਨ ਆਰਡਰ ਅਤੇ ਪੋਸਟ ਆਰਡਰ ਟ੍ਰੈਵਰਸਲ ਦਿੱਤੇ ਗਏ ਹੋਣ। ਉਹਨਾਂ 'ਚ ਕੀ ਹੈ ਕਿ ਅਸੀਂ ਜਿਹੜਾ ਕੁਝ ਇਨ ਆਰਡਰ ਤੋਂ ਕਰਦੇ ਸੀ ਉਹ ਹੁਣ ਵੀ ਇੱਥੇ ਇਨ ਆਰਡਰ ਤੋਂ ਹੀ ਕਰਾਂਗੇ, ਸਾਨੂੰ ਲੈਫਟ ਰਾਈਟ ਇਨ ਆਰਡਰ ਤੋਂ ਪਤਾ ਲੱਗਣਗੇ। ਤੇ ਰੂਟ ਕਿਹੜਾ ਉਹ ਸਾਨੂੰ ਇੱਥੇ ਪ੍ਰੀ ਆਰਡਰ ਤੋਂ ਪਤਾ ਲੱਗਦਾ ਸੀ, ਇੱਥੇ ਸਾਨੂੰ ਪੋਸਟ ਆਰਡਰ ਤੋਂ ਪਤਾ ਲੱਗਿਆ। ਪੋਸਟ ਆਰਡਰ ਦੇ ਵਿੱਚ ਰੂਟ ਐਂਡ 'ਚ ਹੁੰਦਾ ਹੈ, ਪ੍ਰੀ ਆਰਡਰ 'ਚ ਰੂਟ ਪਹਿਲਾਂ ਆ ਜਾਂਦਾ ਹੈ। ਸੋ ਇਹਦੇ ਤੋਂ ਜਨਰੇਟ ਕਰਨਾ ਹੋਵੇ ਤਾਂ ਉਹੀ ਤਰੀਕਾ ਵੀ ਇਹਦੇ 'ਚ ਪਿੱਛੋਂ ਦੇਖਣਾ ਪਏਗਾ ਰੂਟ ਕਿਹੜਾ। ਰੂਟ ਸਾਡੇ ਕੋਲ A ਬਣ ਗਿਆ, ਪ੍ਰੀ ਆਰਡਰ ਪੋਸਟ ਆਰਡਰ 'ਚ ਜਿਹੜਾ ਐਂਡ ਤੇ ਹੈ ਉਹ ਰੂਟ ਹੈ, ਪ੍ਰੀ ਆਰਡਰ ਜਿਹੜਾ ਪਹਿਲਾਂ ਹੈ ਉਹ ਰੂਟ ਹੈ। ਸੋ ਰੂਟ ਹੋ ਗਿਆ A। ਹੁਣ A ਦੇ ਉੱਤੇ ਲੈਫਟ ਸਬ ਟਰੀ ਕੌਣ ਹੈ ਤੇ ਰਾਈਟ ਸਬ ਟਰੀ ਕੌਣ ਹੈ, ਇਹ ਕਿਵੇਂ ਪਤਾ ਲੱਗੂ? ਇਹ ਇਨ ਆਰਡਰ ਤੋਂ ਪਤਾ ਲੱਗੂ। ਇਨ ਆਰਡਰ ਦੇ ਵਿੱਚ A ਇੱਥੇ ਪਈ ਹੈ, ਇਹਦਾ ਮਤਲਬ ਲੈਫਟ ਤੇ DBE ਅਤੇ ਰਾਈਟ ਤੇ FCG। DBE ਇਹ ਲੈਫਟ ਤੇ ਹੋ ਗਏ ਐਂਡ ਰਾਈਟ ਤੇ ਹੋ ਗਿਆ
ਐਫ ਸੀ ਜੀ, ਐਫ ਸੀ ਤੇ ਜੀ। ਹੁਣ ਇਹਨਾਂ ਦੇ ਵਿੱਚੋਂ DBE ਚੋਂ ਕਿਹੜਾ ਰੂਟ ਹੈ? DBE ਚੋਂ ਇੱਕ ਰੂਟ ਲੱਭਣਾ ਪਏਗਾ, ਉਹ ਸਾਨੂੰ ਪ੍ਰੀ ਆਰਡਰ ਤੋਂ ਲੱਗੇਗਾ। DBE ਚੋਂ ਜਿਹੜਾ ਪਹਿਲਾਂ ਆਉਂਦਾ ਪਿੱਛੋਂ ਦੇਖਣਾ ਸ਼ੁਰੂ ਕਰਨਾ ਹੈ। DBE ਚੋਂ ਜਿਹੜਾ ਪਹਿਲਾਂ ਆਉਂਦਾ, DBE ਚੋਂ ਦੇਖੋ B ਪਹਿਲਾਂ ਆਇਆ, E ਅਤੇ D ਅਜੇ ਬਾਅਦ ਚ ਨੇ, B ਪਹਿਲਾਂ ਆਇਆ, ਇਹਦਾ ਮਤਲਬ B ਇਜ਼ ਦਾ ਰੂਟ। ਇੱਥੇ B ਰੂਟ ਹੈ, D ਅਤੇ E ਇੱਥੋਂ ਹਟਾ ਦੇਵਾਂਗੇ, ਇਹਨਾਂ ਨੂੰ ਬਾਅਦ ਚ ਦੇਖਾਂਗੇ। ਉਸੇ ਤਰ੍ਹਾਂ FCG ਚੋਂ ਪਹਿਲਾਂ ਕਿਹੜਾ ਆਉਂਦਾ, ਇੱਧਰੋਂ ਹੀ ਦੇਖਣਾ ਸ਼ੁਰੂ ਕਰਨਾ ਹਮੇਸ਼ਾ ਰਾਈਟ ਸਾਈਡ ਤੋਂ। ਤੋ C ਪਹਿਲਾਂ ਆ ਗਿਆ, ਇਹਦਾ ਮਤਲਬ C ਇਜ਼ ਦਾ ਰੂਟ। F ਅਤੇ G ਨੂੰ ਅਜੇ ਹਟਾ ਦੇਵਾਂਗੇ, ਇਹ ਲੈਫਟ ਤੇ ਰਾਈਟ ਸਬ ਟਰੀ ਬਣ। ਹੁਣ B ਦੇ ਲੈਫਟ ਤੇ ਕੌਣ ਆਏਗਾ, ਰਾਈਟ ਤੇ ਕੌਣ ਆਏਗਾ, ਉਹ ਇਨ ਆਰਡਰ ਤੋਂ ਪਤਾ ਲੱਗੂਗਾ। ਆ B ਹੈ, B ਦੇ ਲੈਫਟ ਤੇ ਹੈ D, ਇਹਦਾ ਮਤਲਬ B ਦੇ ਲੈਫਟ ਤੇ D ਆ ਗਿਆ। B ਦੇ ਰਾਈਟ ਤੇ ਕੌਣ ਹੈ, E ਹੈ, ਇਹਦਾ ਮਤਲਬ B ਦੇ ਰਾਈਟ ਤੇ E ਆ ਗਿਆ। ਸੇਮ C ਦੇ ਲੈਫਟ ਤੇ ਕੀ ਆਏਗਾ, ਰਾਈਟ ਤੇ ਕੀ ਆਏਗਾ, ਇਨ ਆਰਡਰ ਤੋਂ ਪਤਾ ਲੱਗੇਗਾ। C ਆ ਪਿਆ, C ਦੇ ਲੈਫਟ ਤੇ F ਹੈ, ਇਹਦਾ ਮਤਲਬ C ਦੇ ਲੈਫਟ ਤੇ F ਲੱਗ ਗਿਆ। C ਦੇ ਰਾਈਟ ਤੇ G ਹੈ, ਇਹਦਾ ਮਤਲਬ C ਦੇ ਰਾਈਟ ਤੇ G ਲੱਗ ਗਿਆ। ਸੋ ਟਰੀ ਤਿਆਰ ਹੋ ਗਿਆ ਇਨ ਆਰਡਰ ਅਤੇ ਪੋਸਟ ਆਰਡਰ ਟ੍ਰੈਵਰਸਲ ਤੋਂ। ਸੋ ਦੋਨੇ ਗੱਲਾਂ ਹੋ ਸਕਦੀਆਂ ਨੇ, ਟਰੀ ਦਿੱਤਾ ਹੋਵੇ ਉਹਦੇ ਟ੍ਰੈਵਰਸਲ ਬਣਾਏ ਜਾ ਸਕਦੇ ਨੇ, ਟ੍ਰੈਵਰਸਲ ਦਿੱਤੇ ਹੋਣ ਤਾਂ ਉਹਨਾਂ ਤੋਂ ਟਰੀ ਬਣਾਇਆ ਜਾ ਸਕਦਾ ਹੈ। ਸੋ ਇਹ ਸੀ ਸਾਡਾ ਟਰੀ ਜਨਰੇਸ਼ਨਸ ਫਰੋਮ ਟ੍ਰੈਵਰਸਲਸ। ਜੇ ਟ੍ਰੈਵਰਸਲ ਤੋਂ ਟਰੀ ਬਣਾਉਣਾ ਹੋਵੇ ਤਾਂ ਉਹ ਇਦਾਂ ਬਣੇਗਾ, ਪਰ ਤੁਹਾਨੂੰ ਉਹਦੇ ਚ ਇਨ ਆਰਡਰ ਜ਼ਰੂਰ ਦਿੱਤਾ ਹੋਏਗਾ, ਨਾਲ ਪ੍ਰੀ ਅਤੇ ਪੋਸਟ ਚੋਂ ਇੱਕ ਦਿੱਤਾ ਹੋਏਗਾ, ਫਿਰ ਤੁਸੀਂ ਇੱਕ ਟਰੀ ਜਨਰੇਟ ਕਰ ਸਕਦੇ ਹੋ। ਇਹ ਹਮੇਸ਼ਾ ਇਦਾਂ ਨਹੀਂ ਹੁੰਦਾ ਕਿ ਅਸੀਂ ਜਿਵੇਂ ਹੁਣ ਕਈ ਵਾਰ ਨਾ ਟਰੀ ਜ਼ਿਆਦਾ ਨੇ ਕੰਪਲੀਕੇਟਡ ਵੀ ਹੋ ਸਕਦੇ ਨੇ, ਜਿਵੇਂ ਇੱਧਰ ਲੈਫਟ ਤੇ ਲੱਗਿਆ ਹੋਵੇ ਇਦਾਂ ਕੋਈ, ਜਿਵੇਂ G ਤੋਂ ਬਾਅਦ H ਤੋਂ ਬਾਅਦ I, ਤਾਂ ਫਿਰ ਇਹ ਸੈਂਟਰ ਇੰਨਾ ਈਜ਼ੀ ਨਹੀਂ ਲੱਭਦਾ ਹੁੰਦਾ ਜਿਵੇਂ ਹੁਣ ਇੱਥੇ ਈਜ਼ੀ ਲੱਭ ਰਿਹਾ। ਇਹ ਜਿਹੜੇ ਮੈਥਡ ਦੱਸਿਆ ਮੈਂ ਤੁਹਾਨੂੰ ਉਸੇ ਤਰੀਕੇ ਨਾਲ ਲੱਭਣਾ ਪਏਗਾ ਵੀ ਇੱਥੋਂ B ਤੋਂ ਲੈਫਟ ਕਿਹੜਾ ਆ ਰਿਹਾ ਜਾਂ ਰਾਈਟ ਕਿਹੜਾ ਆ ਰਿਹਾ। ਠੀਕ ਹੈ, ਉਹ ਤਾਂ ਦੇਖਿਆ ਹੁਣ ਕਰਕੇ ਆਪਾਂ ਡਾਇਰੈਕਟ ਵੀ ਬਣਾ ਸਕਦੇ ਸੀ, ਲੇਕਿਨ ਪ੍ਰੋਪਰ ਮੈਥਡ ਇਹੀ ਹੈ ਕਿ ਦੋਨਾਂ ਨੂੰ ਇਸੇ ਤਰ੍ਹਾਂ ਨਾਲ ਵਿਜ਼ਿਟ ਕਰਕੇ, ਪ੍ਰੀ ਆਰਡਰ ਹੈ ਤਾਂ ਅੱਗੇ ਤੋਂ ਪਿੱਛੇ ਨੂੰ ਰੂਟ ਲੱਭਣ ਲਈ ਯੂਜ਼ ਕਰੋ, ਪੋਸਟ ਆਰਡਰ ਹੈ ਤਾਂ ਪਿੱਛੇ ਤੋਂ ਅੱਗੇ ਨੂੰ ਰੂਟ ਲੱਭਣ ਲਈ ਵਿਜ਼ਿਟ ਕਰੋ। ਤੇ ਲੈਫਟ ਰਾਈਟ ਸਬ ਟਰੀ ਜਿਹੜੇ ਨੇ ਉਹ ਇਨ ਆਰਡਰ ਤੋਂ ਹੀ ਲੱਭਣੇ ਪੈਣਗੇ ਦੋਨੇ ਪਾਸੇ, ਇਨ ਆਰਡਰ ਹਮੇਸ਼ਾ ਦਿੱਤਾ ਹੋਏਗਾ।